ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਤੇ ਜਿਹੜੀਆਂ ਸਾਰੀਆਂ ਸਟੇਟਾਂ ਉਹਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਗੁੰਡਾਗਰਦੀ ਦਾ ਨੰਗਾ ਨਾਚ ਹੈ। ਕਾਨੂੰਨ ਦੇ ਮੁਤਾਬਕ ਪੁਲਿਸ ਕਿਸੇ ਦੀ ਜਾਨ ਨਹੀਂ ਲੈ ਸਕਦੀ। ਸੰਵਿਧਾਨ ਦੀ ਧਾਰਾ 14, 19, 21 ਦੇ ਮੁਤਾਬਕ ਅਸੀਂ ਬਰਾਬਰ ਹਾਂ। ਤੇ ਇਹ ਜਿਹੜਾ ਫੇਕ ਇਨਕਾਊਂਟਰ ਜੈਪਾਲ ਭੁੱਲਰ ਦਾ ਤੇ ਜੱਸੀ ਖਰੜ ਦਾ ਹੋਇਆ ਹੈ, ਮੈਨੂੰ ਪਹਿਲਾਂ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਤੇ ਕੈਪਟਨ ਸਰਕਾਰ ਇੱਕ ਜਵਾਬ ਦੇਵੇ ਕਿ ਜਿਹੜਾ ਤੁਸੀਂ ਆਪਣਾ ਅਮਲਾ ਭੇਜਿਆ ਹੈ, ਇਹ ਜਦੋਂ ਤੁਸੀਂ ਐਡੀ ਪੁਲਿਸ ਦੀ ਵੱਡੀ ਧਾੜ ਲੈ ਕੇ ਗਏ ਹੋ, ਗੈਰ ਵਰਦੀਧਾਰੀ ਬੰਦੇ ਗੈਰ ਕਾਨੂੰਨੀ ਤੌਰ 'ਤੇ ਗਏ, ਵਰਦੀਆਂ ਤੁਹਾਡੇ ਪਾਈਆਂ ਹੀ ਨਹੀਂ ਸੀਗੀਆਂ, ਹਰਿਆਣਾ ਸਟੇਟ ਤੋਂ ਮਨਜ਼ੂਰੀ ਲਈ ਹੈ। ਉਸ ਤੋਂ ਬਾਅਦ ਤੁਹਾਡੀ ਦਿੱਲੀ ਦੇ ਵਿੱਚ ਦੀ ਗਏ ਹੋ, ਦਿੱਲੀ ਸਟੇਟ ਤੋਂ ਤੁਹਾਡੀ ਮਨਜ਼ੂਰੀ ਹੈਗੀ ਹੈ। ਫਿਰ ਤੁਹਾਡੀ ਮਨਜ਼ੂਰੀ ਯੂਪੀ 'ਚ ਹੈਗੀ ਹੈ। ਫਿਰ ਤੁਹਾਡੀ ਮਨਜ਼ੂਰੀ ਤੁਸੀਂ ਬਿਹਾਰ 'ਚੋਂ ਲਈ ਹੈ ਅਤੇ ਝਾਰਖੰਡ ਦੀ ਹੱਦ ਲੱਗਦੀ ਹੈ, ਉੱਥੋਂ ਮਨਜ਼ੂਰੀ ਲਈ ਹੈ। ਫਿਰ ਤੁਸੀਂ ਇੱਕ ਕ੍ਰਾਈਮ ਕਰਕੇ ਇਸ ਨੌਜਵਾਨ ਨੂੰ, ਜਿਹੜੇ ਬਿਲਕੁਲ ਰਿਲੈਕਸ ਸੀਗੇ, ਨਾ ਇਹਨਾਂ ਕੋਲੇ ਹਥਿਆਰ ਸੀਗੇ, ਨਾ ਇਹਨਾਂ ਦੇ ਕੋਲੇ ਕੋਈ ਪਿਸਟਲ ਸੀ, ਤੁਸੀਂ ਕਹਿੰਦੇ ਮੁਕਾਬਲਾ ਹੋ ਗਿਆ। ਮੁਕਾਬਲਾ ਤਾਂ ਬਰਾਬਰ ਸ਼ੂਟਿੰਗ ਹੁੰਦੀ ਹੈ। ਜਿਹੜੀ ਇਹਦੇ ਗੋਲੀਆਂ ਮਾਰੀਆਂ ਇਹ ਤੁਸੀਂ ਕਿੰਨੀ ਦੂਰੀ ਤੋਂ ਮਾਰੀਆਂ ਪਤਾ? ਉਹ ਤਾਂ ਨੇੜੇ ਕੁੱਟ 'ਚ ਕਿਵੇਂ ਪਏ ਸੀ। ਪਹਿਲਾਂ ਤੁਸੀਂ ਬਾਡੀ ਵੇਖੀ, ਅਸੀਂ ਪਹਿਲਾਂ ਤੁਸੀਂ ਇਹਨਾਂ ਨੂੰ ਬਰੂਟਲੀ ਟਾਰਚਰ ਕੀਤਾ, ਬਾਂਹ ਤੋੜਤੀ, ਗੁੱਟ ਤੋੜਤਾ, ਮੋਢਾ ਤੋੜਤਾ, ਗੋਲੀ ਇੱਥੋਂ ਸਿੱਧੀ ਮਾਰਤੀ, ਹਿੱਕ 'ਚ ਗੋਲੀ ਮਾਰਤੀ, ਜੋੜ ਤੋੜਤੇ, ਹੱਡੀਆਂ ਦੇ ਉੱਤੇ ਕੀ ਕੁਛ ਕੀਤਾ ਤੁਸੀਂ। ਇਹ ਤੁਸੀਂ ਪੋਸਟ ਇਹਦੇ 'ਤੇ ਐਡਾ ਵੱਡਾ ਕਹਿਰ ਕੀਤਾ। ਇਹ ਕਾਨੂੰਨ ਹੈ। ਮਮਤਾ ਬੈਨਰਜੀ ਜਿਹੜੀ ਸਰਕਾਰ ਹੈ, ਉਹਦੇ ਉੱਤੇ ਵੀ ਬਹੁਤ ਪ੍ਰਸ਼ਨ ਚਿੰਨ੍ਹ ਹੈ। ਲਾਅ ਐਂਡ ਆਰਡਰ ਦੀ ਮਮਤਾ ਬੈਨਰਜੀ ਦੀ ਡਿਊਟੀ ਬਣਦੀ ਸੀ ਕਿ ਇਹਨਾਂ ਨੂੰ ਫੜ ਕੇ ਇਹਨਾਂ 'ਤੇ 302 ਦਾ ਮੁਕੱਦਮਾ ਦਰਜ ਹੋਣਾ ਕਰ। ਕਾਤਲ ਤਾਂ ਕਾਤਲ ਹੈ। ਹੁਣ ਜੇ ਤੁਸੀਂ ਕਹਿੰਦੇ ਹੋ ਜੈਪਾਲ ਨੂੰ ਪੁਲਿਸ ਲੋੜੀਦਾ ਸੀ, ਮੰਨ ਲਓ ਇਸ ਨੂੰ ਫੜਦੇ, ਫੜ ਕੇ ਕਾਨੂੰਨੀ ਪ੍ਰਕਿਰਿਆ ਚਲਾਉਂਦੇ, ਜੱਜ ਦੀ ਪ੍ਰਕਿਰਿਆ 'ਚ ਨਾ ਜਾਂਦਾ, ਲੋਅਰ ਕੋਰਟ ਜਾਂਦਾ, ਹਾਈ ਕੋਰਟ ਜਾਂਦਾ, ਸੁਪਰੀਮ ਕੋਰਟ ਜਾਂਦਾ, ਇੱਥੋਂ ਤੱਕ ਰਾਸ਼ਟਰਪਤੀ ਜਾਂਦਾ। ਇਹ ਜਿਹੜਾ ਤੁਸੀਂ ਆਪਦਾ ਕਾਨੂੰਨ ਹੱਥ 'ਚ ਲੈ ਲਿਆ ਹੈ, ਇਹ ਕਿਹੜੇ ਮੁਤਾਬਕ ਤੁਸੀਂ ਗਏ ਹੋ? ਇਸ ਕਰਕੇ ਇਹ ਜਿਹੜਾ ਫੇਕ ਇਨਕਾਊਂਟਰ ਜਿਹੜਾ ਹੋਇਆ ਹੈ, ਇਹ ਜਾਣਬੁੱਝ ਕੇ ਕੀਤਾ। ਤੇ ਕੈਪਟਨ ਸਰਕਾਰ ਨੇ ਬੋਰਡ ਲਾਏ ਆ। ਬੋਰਡ ਲਾ ਕੇ ਪਤਾ ਕੀ ਕਿਹਾ? ਮੈਂ ਪੰਜਾਬ ਦੇ ਵਿੱਚੋਂ 31 ਬੰਦੇ ਗੈਂਗਸਟਰ ਖਤਮ ਕਰਤੇ ਆ। ਮੈਨੂੰ ਦੱਸੋ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਵੇ ਕਿ ਉਹ ਸਿੱਧੀਆਂ ਗੋਲੀਆਂ ਮਾਰ ਕੇ ਸੰਵਿਧਾਨ ਦੀ ਉਲੰਘਣਾ ਕਰਕੇ ਉਹ ਬੋਰਡ ਲਾ ਸਕਦਾ? ਉਹ ਬੋਰਡ ਵੀ ਗੈਰ ਕਾਨੂੰਨੀ ਹੈ। ਉਹਦੇ ਡੀਜੀਪੀ ਗੁਪਤਾ ਕਹਿੰਦੇ ਹੈ ਕਿ ਅਸੀਂ ਇਹ ਬੰਦੇ ਖਤਮ ਕਰ ਦਿੱਤੇ ਆ। ਖਤਮ ਕਰਨ ਦਾ ਮਤਲਬ ਤੁਸੀਂ ਮਾਰਤਾ? ਤੁਸੀਂ ਆਪ ਮੰਨ ਲਿਓ ਵੀ ਅਸੀਂ ਇਹਨੂੰ ਮਾਰਿਆ ਤਾਂ ਫੇਕ ਐਨਕਾਊਂਟਰ 'ਚ ਮਾਰਿਆ ਹੈ। ਮੈਨੂੰ ਦੱਸੋ ਵੀ ਉਹਦੇ ਕੋਲੋਂ ਕਿਹੜਾ ਬੰਬ ਫੜਿਆ, ਕਿਹੜਾ ਉਹਦੇ ਕੋਲ ਅਸੌਲਟ ਫੜੀ ਆ, ਕਿਹੜਾ ਉਹਦੇ ਕੋਲ ਗ੍ਰਨੇਡ ਫੜਿਆ? ਤੁਸੀਂ ਇਹਨਾਂ 'ਤੇ ਗੋਲੀਆਂ ਮਾਰ ਕੇ ਕਾਨੂੰਨ ਦੀਆਂ ਡਾਤੀਆਂ ਧੱਜੀਆਂ। ਅਤੇ ਹੁਣ ਪਹਿਲਾਂ ਤੁਸੀਂ ਟਾਈਮ ਨਾਲ ਲਾਸ਼ ਨਹੀਂ ਦਿੱਤੀ। ਹੁਣ ਜਿਹੜਾ ਜੈਪਾਲ ਸੀ, ਬੜਾ ਸਾਊ ਮੁੰਡਾ ਸੀ, ਸਾਡੇ ਪਰਿਵਾਰ ਦੇ ਨਾਲ ਵਧੀਆ ਸੰਬੰਧ ਜੀ। 2006 'ਤੇ ਮੈਨੂੰ ਤਾਂ ਮਾਮਾ ਹੀ ਕਹਿੰਦਾ ਹੁੰਦਾ ਸੀ। ਐਡਾ ਸਾਊ ਮੁੰਡਾ ਸੀ, ਇਹ ਗੋਡੀ ਦਾ ਹੱਥ ਲਾਉਂਦਾ। ਮੈਨੂੰ ਦੱਸੋ ਫਿਰੋਜ਼ਪੁਰ ਦੇ ਵਿੱਚੋਂ ਇੱਕ ਮਹੱਲੇ 'ਚ ਪੁੱਛੋ ਵੀ ਇਹਨੇ ਕਦੇ ਫਿਰੋਜ਼ਪੁਰ ਦੇ ਵਿੱਚ ਕੋਈ ਤੰਗ ਕੀਤਾ ਕਿਸੇ ਨੂੰ? ਇਹਨਾਂ ਨੇ ਕਿਸੇ ਫਰੀਦਕੋਟ 'ਚ ਤੰਗ ਕੀਤਾ? ਇਹਨਾਂ ਨੇ ਦੱਸੋ ਮੈਨੂੰ ਕਿਹੜੇ ਬੰਦੇ ਨੂੰ ਤੰਗ ਕੀਤਾ ਕਿ ਪੁਲਿਸ ਕੋਲੋਂ ਇੱਕ ਵੀ ਕੰਪਲੇਂਟ ਹੋਈ ਜਾਵੇ ਕਿ ਇਹਨੇ ਸਾਨੂੰ ਤੰਗ ਕੀਤਾ? ਇਹ ਇੱਜ਼ਤਾਂ ਦਾ ਰਾਖਾ ਸੀ, ਸੱਚਾ ਬੰਦਾ। ਪੁਲਿਸ ਨੇ ਇਹਨੂੰ ਜ਼ਬਰ ਕਰਕੇ ਇਹਨੂੰ ਘਰੋਂ ਭਜਾਇਆ। ਹੁਣ ਮੈਂ ਸੀਗਾ, ਮੈਂ ਤੁਹਾਨੂੰ ਆਪਦੀ ਦੱਸਦਾ, ਸਾਡੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਬੇਅਦਬੀ ਦੇ ਵਿੱਚ ਅਸੀਂ ਆਖਿਆ ਸਰਸੇ ਵਾਲੇ ਸਾਧ ਨੂੰ ਫੜ ਲਓ, ਤੇ ਫੜ ਲਿਆ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ, ਤੇ ਸਾਡੇ ਤੇ ਮੇਰੇ ਤੇ ਧਿਆਨ ਸਿੰਘ ਮੰਡ ਤੇ ਲੱਕੜਾਂ ਚੋਰੀ ਦਾ ਪਰਚਾ ਕਰਤਾ, ਦੇਸ਼ ਧਰੋਹੀ ਦਾ ਪਰਚਾ ਕਰਕੇ ਸਾਨੂੰ ਠੋਕ ਕੇ ਰੱਖਤਾ। ਉਸ ਤੋਂ ਬਾਅਦ ਮੈਨੂੰ ਜਗਰਾਉਂ ਤੋਂ ਚੱਕ ਲਿਆ ਤੇ ਚੱਕ ਕੇ ਮੈਨੂੰ ਮਾਰ ਦੇਣਾ ਸੀ। ਕਿਹਨੇ ਮਾਰਨਾ? ਸਵਰਨ ਘੋਟਨੇ ਨੇ ਮਾਰ ਦੇਣਾ ਸੀ। ਫਿਰ ਮੈਨੂੰ KPS ਗਿੱਲ ਦੇ ਰਾਜ 'ਚ ਮਾਰ ਦੇਣਾ ਸੀ। ਬੇਅੰਤ ਸਿੰਘ ਨੇ ਮੇਰੇ ਸਾਹਮਣੇ ਜਥੇਦਾਰ ਕੌਂਕੇ ਸ਼ਹੀਦ ਕਰ ਦਿੱਤਾ। ਤੇ ਮੈਨੂੰ ਦੱਸੋ ਵੀ ਜਥੇਦਾਰ ਕੌਂਕੇ ਨੂੰ ਫੜ ਕੇ ਲਿਆਂਦਾ, ਬਾਹਾਂ ਤੋੜਤੀਆਂ, ਗੁੱਟ ਤੋੜਤੇ, ਤੇ ਸਾਹਮਣੇ ਮਾਰ ਕੇ ਤੇ ਪੁਲਿਸ ਪਤਾ ਕੀ ਕਹਿੰਦੀ ਹੈ ਤੜਕੇ ਨੂੰ? ਕਹਿੰਦੀ ਜੀ ਕੌਂਕੇ ਸਾਹਿਬ ਭਗੌੜਾ ਹੋ ਗਿਆ, ਤੇ ਉਹ ਤਾਂ ਮੇਰੇ ਸਾਹਮਣੇ ਸ਼ਹੀਦ ਹੋ ਗਿਆ। ਮੈਂ ਐਮਨੈਸਟੀ ਇੰਟਰਨੈਸ਼ਨਲ ਨੂੰ ਕਿਹਾ, ਏਸ਼ੀਆ ਵਾਚ ਨੂੰ ਕਿਹਾ, ਇਹ ਸਾਰਿਆਂ ਕੋਲੇ ਮੈਂ ਰਿਪੋਰਟ ਦਿੱਤੀ। ਤੇ ਫਿਰ ਜੇ ਐਡੇ ਕਾਲ ਤੱਕ ਦੇ ਜਥੇਦਾਰ ਨੂੰ ਇਹ ਸ਼ਹੀਦ ਕਰ ਸਕਦੇ ਹੈ, ਤੇ ਫਿਰ ਇਹ ਨੌਜਵਾਨ ਨੂੰ ਕਿਉਂ ਨਹੀਂ ਮਾਰ ਸਕਦੇ? ਇਸ ਕਰਕੇ ਫੇਕ ਐਨਕਾਊਂਟਰ। ਹੁਣ ਕਹਿੰਦੇ ਆ, ਪਰਿਵਾਰ ਨੇ ਕਿਹਾ ਕਿ ਜਦੋਂ ਹੱਡੀਆਂ ਟੁੱਟੀਆਂ, ਬਰੂਟਲੀ ਟਾਰਚਰ, ਉਹਨੇ ਕਿਹਾ ਸਾਡਾ ਪੋਸਟਮਾਰਟਮ ਕਰਾਓ। ਭੁਪਿੰਦਰ ਸਿੰਘ ਜੋ ਪੁਲਿਸ ਦੇ ਵਿੱਚ ਇੰਸਪੈਕਟਰ ਸੀ, ਉਹ ਕਹਿੰਦਾ ਪੋਸਟਮਾਰਟਮ ਕਰਾਓ। ਹੁਣ ਜੇ ਪੁਲਿਸ ਕਹਿੰਦੀ ਹੈ
ਕਿ ਫੇਕ ਐਨਕਾਊਂਟਰ ਨਹੀਂ ਹੋਇਆ। ਕਹਿੰਦੀ ਹੈ ਪੁਲਿਸ, ਅਸੀਂ ਤਾਂ ਕਹਿੰਦੇ ਹੋਇਆ, ਕੀਤਾ 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 ਤੁਸੀਂ ਮਾਰਿਆ, ਗੋਲੀਆਂ ਮਾਰੀਆਂ। ਤੁਸੀਂ ਕਹਿੰਦੇ ਹੋ ਕਿ ਤੁਸੀਂ ਫੇਕ ਐਨਕਾਊਂਟਰ ਨਹੀਂ ਕੀਤਾ ਤੇ ਪੋਸਟਮਾਰਟਮ ਕਰਾ ਦਿਓ। ਫਿਰ ਕੀ ਕਰਾ ਦਿਓ ਪੋਸਟਮਾਰਟਮ। ਦੁੱਧ ਦਾ ਦੁੱਧ ਪਾਣੀ ਫਿਰ ਰੋਕ ਕਿਉਂ ਰਹੇ ਆ? ਫਿਰ ਕਹਿੰਦੇ ਜੀ ਇਹ ਜਿਹੜਾ ਜੇ ਪਰਿਵਾਰ ਇੱਕ ਬੋਡੀ ਲੈ ਲਵੇ ਤੇ ਉਹ ਪੋਸਟਮਾਰਟਮ ਕਿਉਂ ਨਹੀਂ ਹੋ ਸਕਦਾ? ਕਹਿੰਦਾ ਕਿਉਂ ਨਹੀਂ ਹੋ ਸਕਦਾ? ਬੋਡੀ ਭਾਵੇਂ ਲੈ ਵੀ ਲਵੇ, ਬੋਡੀ ਜੇ ਤੁਸੀਂ ਬੰਦ ਕਰਕੇ ਦਿੱਤੀ ਪਰਿਵਾਰ ਨੂੰ, ਇਹ ਤਾਂ ਨਹੀਂ ਵਿਖਾਈ ਤਾਂ ਨਹੀਂ। ਪ੍ਰਭਾਸ ਨੂੰ ਨਾ ਪੋਸਟਮਾਰਟਮ ਰਿਪੋਰਟ ਦਿੱਤੀ ਹੈ। ਜਦੋਂ ਪਰਿਵਾਰ ਨੇ ਬੋਡੀ ਖੋਲ੍ਹਣੀ ਸੀ ਫੇਰ ਹੀ ਆਪਦੇ ਪੁੱਤ ਦਾ ਵੇਖਣਾ ਸੀ ਕਿ ਉਹਦਾ ਕੀ ਹੋਇਆ। ਕਹਿੰਦੇ ਹੋ ਨਹੀਂ ਸਕਦਾ। ਆ ਕਾਨੂੰਨ ਕੀ ਕਹਿੰਦਾ? ਕਾਨੂੰਨ ਦੇ ਮੁਤਾਬਕ ਸੁਪਰੀਮ ਕੋਰਟ ਆਫ ਇੰਡੀਆ ਕਹਿੰਦੀ ਆ, ਹਾਈ ਕੋਰਟ ਕਹਿੰਦੀ ਆ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਹਿੰਦੀ ਆ, ਇਲਾਹਾਬਾਦ ਹਾਈ ਕੋਰਟ ਕਹਿੰਦੀ ਆ, ਗੁਜਰਾਤ ਹਾਈ ਕੋਰਟ ਕਹਿੰਦੀ ਆ ਤੇ ਸੁਪਰੀਮ ਕੋਰਟ ਆਫ ਇੰਡੀਆ ਕਹਿੰਦੀ ਆ। ਇਹ ਲਾਅ ਦੀਆਂ ਕਾਪੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕਾਪੀਆਂ ਦਿੱਤੀਆਂ। ਇਹ ਕਾਪੀਆਂ ਦੇ ਮੁਤਾਬਕ ਇਹ ਜਿਹੜਾ ਕਾਨੂੰਨ ਆ, ਲਾਅ ਦੇ ਮੁਤਾਬਕ ਪੋਸਟਮਾਰਟਮ ਹੋ ਸਕਦਾ। ਹੁਣ ਵੀ ਪੋਸਟਮਾਰਟਮ ਲੇਟ ਕਰਕੇ ਇਹ ਲਾਸ਼ ਸਾਡੀ ਨੌਜਵਾਨ ਨੂੰ ਖਰਾਬ ਕਰਨਾ ਚਾਹੁੰਦਾ ਪ੍ਰਸ਼ਾਸਨ ਜਾਣਬੁੱਝ ਕੇ ਕਰਨਾ। ਤੇ ਸਾਡਾ ਜਿਹੜਾ ਸਿਮਰਨਜੀਤ ਸਿੰਘ ਐਡਵੋਕੇਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਰਿਵਾਰ ਤਰਫੋਂ ਕਰਕੇ ਦਿੱਤਾ ਹੈ। ਉਹਨਾਂ ਨੇ ਐਪਲੀਕੇਸ਼ਨ ਚੀਫ ਜਸਟਿਸ ਆਫ ਹਾਈ ਕੋਰਟ ਨੂੰ ਦੇਤੀ ਹੈ ਕਿ ਸਾਨੂੰ ਫਿਰੋਜ਼ਪੁਰ 'ਚੋਂ ਕੋਈ ਇਨਸਾਫ ਨਹੀਂ, ਬਿਲਕੁਲ ਕੋਈ ਇਨਸਾਫ ਨਹੀਂ। ਸਾਡਾ ਜਿਹੜਾ ਪੋਸਟਮਾਰਟਮ ਆ ਜਾਂ PGI ਕਰੇ ਜਾਂ ਏਮਜ਼ ਕਰੇ ਤੇ ਉਹਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਆ। ਇਸ ਕਰਕੇ ਤਾਂ ਜੋ ਪਤਾ ਲੱਗ ਜੇ ਪੁਲਿਸ ਕਿਸ ਤਰੀਕੇ ਸਾਡੇ ਨੌਜਵਾਨਾਂ ਨੂੰ ਮਾਰਦੀ ਆ। ਤੇ ਅਸੀਂ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ਤੇ ਖਾਵਾਂਗੇ ਪੂਰੇ ਵਰਲਡ 'ਚ। ਮੋਦੀ ਸਰਕਾਰ ਕਹਿੰਦੀ ਆ, BJP ਸਰਕਾਰ ਕਹਿੰਦੀ ਹੈ, ਕਾਂਗਰਸ ਕਹਿੰਦੀ ਹੈ, ਕੈਪਟਨ ਕਹਿੰਦੀਆਂ, ਸਾਰੀਆਂ ਸਰਕਾਰਾਂ ਕਹਿੰਦਾ ਇੱਥੇ ਲਾਅ ਐਂਡ ਆਰਡਰ। ਇੱਥੇ ਕੋਈ ਲਾਅ ਨਹੀਂ, ਕੋਈ ਲਾਅ ਐਂਡ ਆਰਡਰ ਨਹੀਂ, ਕੋਈ ਕਾਨੂੰਨ ਨਹੀਂ। ਕਾਨੂੰਨ ਦੀਆਂ ਧੱਜੀਆਂ, ਗੁੰਡਾਗਰਦੀ ਦੇ ਰਾਹ 'ਚ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ। ਤੇ ਇਹ ਗੈਂਗਸਟਰ ਨਹੀਂ ਸੀ, ਇਹ ਜਿਹੜਾ ਪੁਲਿਸ ਦਾ ਗੈਂਗ ਸੀ ਉਹਨਾਂ ਨੇ ਮਾਰਿਆ। ਹੁਣ ਪੁਲਿਸ ਦੇ ਗੈਂਗ ਤੇ ਕਰੋ ਖਾਂ। ਤੇ ਫਿਰ ਭਾਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ 10 ਬੰਦਿਆਂ ਨੇ ਸਿੱਧੀ, ਉਹਨੂੰ ਗੋਲੀਆਂ ਕਿਉਂ ਨਹੀਂ ਮਾਰੀਆਂ ਬਈ? ਜਿਨ੍ਹਾਂ ਨੇ ਮੱਲਕੇ 'ਚ ਗੁਰੂ ਦੀ ਬੇਅਦਬੀ ਕੀਤੀ ਉਹਨੂੰ ਕਿਉਂ ਨਹੀਂ ਮਾਰੀਆਂ? ਜਿਨ੍ਹਾਂ ਨੇ ਸਾਡੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਉਹਨੂੰ ਕਿਉਂ ਮਾਰਿਆ? ਸਿਰਸੇ ਵਾਲਾ ਸਾਧ ਫਿਰਦਾ ਪੁੱਛਰਿਆ ਜਿਹਨੇ ਐਡੇ ਵੱਡੇ ਕਤਲ ਕੀਤੇ ਆ, ਹਨੀਪ੍ਰੀਤ ਉਹਦੇ ਕੋਲੇ ਛੱਡ ਦਿੱਤੀ ਆ, ਲੋਕਾਂ ਦੇ ਦਬਾਅ ਨਾਲ ਪਿੱਛੇ ਹੋਈ ਆ। ਤੇ ਵਿਦਾਂਤਾ ਹਸਪੀਟਲ ਖੱਟੜੇ ਨੂੰ ਰੱਖਿਆ ਹੋਇਆ ਐਡੇ ਕ੍ਰਾਈਮ ਦੇ ਕ੍ਰਿਮੀਨਲ ਬੰਦੇ ਨੂੰ। ਤੇ ਫਿਰ ਉਹਦੇ ਤੇ ਫੇਕ ਐਨਕਾਊਂਟਰ ਕਿਉਂ ਨਹੀਂ ਹੋਇਆ? ਅਸੀਂ ਇਹ ਨਹੀਂ ਕਹਿੰਦੇ ਫੇਕ ਐਨਕਾਊਂਟਰ ਕਰੋ, ਤੇ ਫਿਰ ਸਾਡੇ ਬੱਚੇ ਦਾ ਕਿਉਂ ਹੋਇਆ? ਇਸ ਕਰਕੇ ਜਾਨ ਮਾਰ ਕੇ ਮੈਂ ਐਮਨੈਸਟੀ ਇੰਟਰਨੈਸ਼ਨਲ ਨੂੰ ਤੇ ਨੈਸ਼ਨਲ ਹਿਊਮਨ ਰਾਈਟਸ ਕਿੱਥੇ ਬੈਠਾ? ਨੈਸ਼ਨਲ ਹਿਊਮਨ ਰਾਈਟਸ ਕਿੱਥੇ ਬੈਠਾ? ਇੱਕ ਰਾਮਦੇਵ, ਇੱਕ ਸਧਾਰਨ ਬਾਬਾ ਦਿੱਲੀ ਦੇ ਵਿੱਚ ਇੱਕ ਪ੍ਰੋਟੈਸਟ ਕਰਦਾ ਲੋਕਪਾਲ ਬਿੱਲ ਤੇ ਦਿੱਲੀ ਪੁਲਿਸ ਉਹਦੇ ਤੇ ਵਿਛਾੜ ਕਰ ਦਿੰਦੀ ਹੈ ਤੇ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਜਾਂਦਾ। ਕਿੱਧਰ ਭੱਜ ਜਾਂਦਾ? ਰਕਾਬਗੰਜ ਗੁਰਦੁਆਰੇ ਲੁਕ ਜਾਂਦਾ। ਉਸ ਤੋਂ ਬਾਅਦ ਕੀ ਕਰਦੀ ਹੈ ਦਿੱਲੀ ਹਾਈ ਕੋਰਟ? ਸੂਓ ਮੋਟੋ ਐਕਸ਼ਨ ਲੈ ਕੇ ਜਾਂਦੀ ਹੈ ਤੇ ਦਿੱਲੀ ਦੀ DGP ਨੂੰ ਝਾੜ ਪਾਉਂਦੀ ਹੈ ਕਿ ਇਹ ਅਕੋਰਡਿੰਗ ਟੂ ਲਾਅ ਦੇ ਮੁਤਾਬਕ ਹੈ, ਇਹਦੇ ਤੋਂ ਤੂੰ ਨਹੀਂ ਕਰ ਸਕਦਾ। ਹੁਣ ਸੁਪਰੀਮ ਕੋਰਟ ਸੂਓ ਮੋਟੋ ਨਹੀਂ ਲੈਂਦੀ, ਕਲਕੱਤਾ ਹਾਈ ਕੋਰਟ ਸੂਓ ਮੋਟੋ ਨਹੀਂ ਲੈਂਦੀ, ਪੰਜਾਬ ਹਾਈ ਕੋਰਟ ਸੂਓ ਮੋਟੋ ਨਹੀਂ ਲੈਂਦੀ, ਨੈਸ਼ਨਲ ਹਿਊਮਨ ਰਾਈਟਸ ਸੂਓ ਮੋਟੋ ਨਹੀਂ ਲੈਂਦਾ ਤੇ ਮਿਨੋਰਟੀ ਕਮਿਸ਼ਨ ਕਿਉਂ ਨਹੀਂ ਲੈਂਦਾ? ਫਿਰ ਹੁਣ ਤਾਲੇ ਲੱਗ ਗਏ ਸਾਰੇ। ਕਾਨੂੰਨ ਕਾਹਦੇ ਲਈ ਬਣਿਆ? ਇਸ ਕਰਕੇ ਅਸੀਂ ਉਹਨਾਂ 'ਚ ਲੜਾਈ ਲੜਦੇ ਰਹਾਂਗੇ। ਇਹ ਸਾਰਾ ਕੁਝ ਕਿਉਂ? ਅਸੀਂ ਗੁਲਾਮ ਬੰਦੇ ਆ। ਜੇ ਸਾਡਾ ਰਾਜ ਹੁੰਦਾ ਨਾ ਹੁਣ ਠੋਕੇ ਹੁੰਦੇ।